प्रचार ने मतलब बीजेपी की माड़ी सोच है भी पिंडां 'ਚ जाण ते किसान इन्हां दे गल पैण ते इन्हां दे आपस च तकरार होवे ते जिहड़ा दिल्ली वाला है उत्थे मैसेज गलत जावे। ਅਸੀਂ ਜਿੰਨਾ ਚਿਰ ਇੱਥੇ ਦਿੱਲੀ ਪ੍ਰੋਗਰਾਮ ਚੱਲਦਾ ਰਹੇਗਾ ਉਹਨਾਂ ਚਿਰ ਬੀਜੇਪੀ ਦਾ ਇੱਥੇ ਪ੍ਰੋਗਰਾਮ ਆਪਣੇ ਏਰੀਏ 'ਚ ਇਹੋ ਜਿਹਾ ਨਹੀਂ ਹੋਣ ਦੇਵਾਂਗੇ। ਸਰਕਾਰ ਨੂੰ ਵੀ ਥੋੜਾ ਜਿਹਾ ਨਰਮੀ ਦਾ ਰੁਖ ਅਖਤਿਆਰ ਕਰਕੇ ਦੋਨਾਂ ਧਿਰਾਂ ਨੂੰ ਥੋੜਾ ਜਿਹੜਾ ਆ ਉਹ ਅੱਗੇ ਵਧਣਾ ਚਾਹੀਦਾ ਆ। ਜਿਹੜੀਆਂ ਹੈਗੀਆਂ ਵਾ ਕਿਸਾਨਾਂ ਦੀ ਮੰਗ ਆ, ਜਾਇਜ਼ ਮੰਗਾਂ ਜਿਹੜੀਆਂ ਨੇ ਉਹ ਰੱਖ ਕੇ ਤੇ ਸਰਕਾਰ ਨੂੰ ਵੀ ਥੋੜੀ ਜੀ ਨਰਮੀ ਵਰਤ ਕੇ ਤੇ ਕਿਸਾਨ ਜਿਹੜੇ ਨੇ ਉਹ ਅਸੀਂ ਚਾਹੁੰਦੇ ਆ ਕਿ ਦਿੱਲੀ ਦੇ ਬਾਰਡਰਾਂ ਤੋਂ ਜਿਹੜਾ ਆ ਉਹ ਵਾਪਸ ਆ ਜਾਣ। ਇੱਕ ਪਾਸੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਜਾਰੀ ਹੈ ਤੇ ਦੂਜੇ ਪਾਸੇ ਕਿਸਾਨ ਲਗਾਤਾਰ ਭਾਜਪਾ ਆਗੂਆਂ ਨੂੰ ਘੇਰਦੇ ਦਿਖਾਈ ਦੇ ਰਹੇ ਨੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਥਪੁਰ 'ਚ, ਜਿੱਥੇ ਭਾਜਪਾ ਦੇ ਮਹਿਲਾ ਵਿੰਗ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਤੇ ਭਾਜਪਾ ਦੇ ਵਿਰੋਧ 'ਚ ਧਰਨਾ ਲਗਾਉਂਦੇ ਹੋਏ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰ ਥਾਂ ਤੇ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਭਾਜਪਾ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਲਈ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਭੇਜ ਰਹੀ ਹੈ। ਸੋ ਸਾਰੇ ਵੀਰਾਂ ਨੂੰ ਪਤਾ ਹੀ ਹੈ ਜੋ ਸਵੇਰੇ ਇੱਥੇ ਪ੍ਰੋਗਰਾਮ ਚੱਲਣ ਡਿਆ ਸੀ ਖੂਨਦਾਨ ਕੈਂਪ ਸੀ, ਉਹਦੇ ਵਿੱਚ ਕੀ ਹੋਇਆ ਜਾਂ ਕਿਸ ਤਰ੍ਹਾਂ ਹੋਣ ਡਿਆ ਸੀ, ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਡਟ ਕੇ ਵਿਰੋਧ ਕੀਤਾ। ਉੱਥੋਂ ਕੰਨਵਾਂ ਨੂੰ ਚੱਲ ਕੇ ਆਪਾਂ ਇੱਥੇ ਆਏ ਹਾਂ। ਸੋ ਸਾਰੀਆਂ ਗੱਲਾਂ ਬਾਤਾਂ ਚੱਲੀਆਂ ਐਸਐਚਓ ਸਾਹਿਬ ਨਾਲ ਵੀ ਤੇ ਜਿਹੜੇ ਸਟਾਫ ਆਇਆ ਗੁਰਦਾਸਪੁਰੋਂ ਮਨਜ਼ੂਰੀ ਲੈ ਕੇ, ਉਹ 4 ਜਣੇ ਸੀ ਕਿ 5 ਜਣੇ ਸੀ ਜਿਹੜੇ ਸਟਾਫ ਮੈਂਬਰ ਸੀ ਮੈਡੀਕਲ ਦੇ। ਖੂਨਦਾਨ ਕੈਂਪ ਲਾਇਆ ਸੀ ਉਹਨਾਂ ਨੇ, ਪਰ ਬਾਕੀ ਜੋ ਨੁਮਾਇੰਦੇ ਬੀਜੇਪੀ ਦੇ 3-4 ਜਣੀਆਂ ਮੈਡਮਾਂ ਸੀ, ਉਹਨਾਂ ਦੇ ਗੱਲ 'ਚ ਜਦੋਂ ਬੀਜੇਪੀ ਦੀ ਅਸੀਂ ਝੰਡੀ ਵੇਖੀ ਤੇ ਉਹਨਾਂ ਨੇ ਮਤਲਬ ਬੀਜੇਪੀ ਦਾ ਜਿਹੜਾ ਪ੍ਰਚਾਰ ਜਿਹਾ ਕਰਦੇ ਇੱਥੇ ਉਹਨਾਂ ਦਾ ਇਹੋ ਮਕਸਦ ਵੀ ਪ੍ਰਚਾਰ ਕੀਤਾ ਜਾਵੇ। ਕਿਸ ਤਰ੍ਹਾਂ ਪ੍ਰਚਾਰ ਨੇ ਮਤਲਬ ਬੀਜੇਪੀ ਦੀ ਮਾੜੀ ਸੋਚ ਆ ਵੀ ਪਿੰਡਾਂ 'ਚ ਜਾਣ ਤੇ ਕਿਸਾਨ ਇਹਨਾਂ ਦੇ ਗਲ ਪੈਣ ਤੇ ਇਹਨਾਂ ਦੇ ਆਪਸ ਵਿੱਚ ਤਕਰਾਰ ਹੋਵੇ ਤੇ ਜਿਹੜਾ ਦਿੱਲੀ ਵਾਲਾ ਹੈ ਉੱਥੇ ਮੈਸੇਜ ਗਲਤ ਜਾਵੇ। ਇਹ ਸਾਰੀ ਬੀਜੇਪੀ ਦੀਆਂ ਚਾਲਾਂ ਹੀ ਆ। ਬਾਕੀ ਜਿਹੜੀ ਆ ਕਾਰਵਾਈ ਦੀ ਗੱਲ ਵਾ, ਜੋ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਗੱਲ ਕਰਕੇ ਗਏ ਆ ਵੀ ਕੀ ਕਾਰਵਾਈ ਹੋਣੀ ਚਾਹੀਦੀ ਆ। ਵੇਖੋ ਕੰਮ ਤੇ ਆ ਸਾਰਾ ਹੀ ਗਲਤ। ਜਿਹੜੀ ਪਰਮਿਸ਼ਨ ਮਿਲੀ ਅਫਸਰ ਵੱਲੋਂ ਉਹ ਅਫਸਰ ਦੀ ਜ਼ਿੰਮੇਵਾਰੀ ਬਣਦੀ ਵੀ ਕੀ ਕਰਨਾ ਚਾਹੀਦਾ, ਕੀ ਹੋਣਾ ਚਾਹੀਦਾ ਵਾ। ਬਾਕੀ ਦੀ ਜਿਹੜੀ ਗੱਲਬਾਤ ਐਸਐਚਓ ਨਾਲ ਹੋਈ ਆ, ਤੁਹਾਨੂੰ ਯਕੀਨ ਕੀ ਦਿਵਾਉਂਦੇ ਆ, ਉਹ ਆਪ ਹੀ ਸਭ ਕੁਝ ਦੱਸਣਗੇ। ਸੋ ਭਾਜੀ ਹੁਣੀ ਆਪ ਹੀ ਗੱਲਬਾਤ ਤੁਹਾਡੇ ਨਾਲ ਕੱਢ ਕੇ ਵਾਹਿਗੁਰੂ ਸਾਹਿਬ ਜੀ ਪ੍ਰੋਬਲਮ ਆਈ ਆ, ਉਹ ਸਾਨੂੰ ਲੋਕਲ ਪੁਲਿਸ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ, ਪਰ ਅਸੀਂ ਡਾਕਟਰਾਂ ਦੀ ਟੀਮ ਕੋਲੋਂ ਆਣ ਕੇ ਚੈੱਕ ਰਿਕਾਰਡ ਕੀਤਾ। ਉਹਨਾਂ ਨੂੰ ਐਸਡੀਐਮ ਸਾਹਿਬ ਵੱਲੋਂ ਪਰਮਿਸ਼ਨ ਦਿੱਤੀ ਗਈ ਸੀ। ਉਹਨਾਂ ਦੀ ਹਦਾਇਤ ਮੁਤਾਬਕ ਇੱਥੇ ਖੂਨਦਾਨ ਕੈਂਪ ਲਾਉਣ ਆਏ ਸੀ। ਜੋ ਮੈਡਮਾਂ ਦੱਸ ਰਹੇ ਨੇ ਬੀਜੇਪੀ ਦੀਆਂ, ਉਹਨਾਂ ਕੋਲੋਂ ਵੀ ਇੱਕ ਵੱਖਰੀ ਪਰਮਿਸ਼ਨ ਹੈਗੀ ਹੈ, ਪਰ ਅਸੀਂ ਜਦੋਂ ਪਤਾ ਲੱਗਾ ਅਸੀਂ ਇਹਨਾਂ ਨੂੰ ਬੰਦ ਕਰਾ ਦਿੱਤਾ ਗਿਆ। ਅਸੀਂ ਜਿੰਨਾ ਚਿਰ ਇੱਥੇ ਦਿੱਲੀ ਪ੍ਰੋਗਰਾਮ ਚੱਲਦਾ ਰਹੇਗਾ ਉਹਨਾਂ ਚਿਰ ਬੀਜੇਪੀ ਦਾ ਇੱਥੇ ਪ੍ਰੋਗਰਾਮ ਆਪਣੇ ਏਰੀਏ 'ਚ ਇਹੋ ਜਿਹਾ ਨਹੀਂ ਹੋਣ ਦੇਵਾਂਗੇ। ਇਸ ਮਾਮਲੇ 'ਚ ਭਾਜਪਾ ਮਹਿਲਾ ਵਿੰਗ ਦੀਆਂ ਆਗੂਆਂ ਦਾ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣੋ। मेरा नाम रेणु कश्यप है, मैं दीनानगर से हूँ और मैं सहायक कैशियर महिला मोर्चा पंजाब और हमारे पार्टी के 7 वर्ष पूरे हो चुके हैं। उसके मद्देनज़र हमारी पार्टी ने ये तय बीजेपी ने ये तय किया था कि हम डिफरेंट टाइप के सेवा कार्य करेंगे। तो बहुत सुंदर सुंदर सेवा कार्य कर रहे थे, जैसे डिस्ट्रीब्यूशन ऑफ द मास्क, डिस्ट्रीब्यूशन ऑफ द सैनिटाइज़र, और उसमें स्पेशल था ब्लड कैंप, क्योंकि रक्तदान शिविर लग रहे हैं। रक्तदान जो है सबसे बड़ा महान कार्य है, तो उसके मद्देनज़र हम लोगों ने यहाँ पे कैंप लगाया था कादिया में, ब्लड डोनेशन कैंप का, और कैंप लगाया था 29 और 30, और फॉर दिस परमिशन फ्रॉम द एसडीएम एंड हम लोग प्रॉपर वे से अपना कार्य कर रहे थे। तो कोरोना वायरस के जितने भी नियम, कोरोना का जो नियम चल रहे हैं उसको फॉलो करते हुए, तो कल तो बड़ा अच्छा कार्यक्रम चला गया। तो हमारी पार्टी का ये भी निर्देश था कि ऐसे कार्यक्रम हमें गांव में भी करने चाहिए, ताकि अच्छे कार्य हर जगह पे जाने चाहिए। तो हम लोगों ने आज कादिया में किया हुआ था, गांव नाथ में ये वाला ब्लड कैंप करना ऑर्गेनाइजेशन। तो क्या हुआ कि हम लोग 5 ही महिलाएं थी, क्योंकि हमने पूरे का पूरा ध्यान रखा था कि हमें ज़्यादा गेट टुगेदर नहीं करनी है। उसके मद्देनज़र रखते हुए अच्छा लिमिटेड में पैरामेडिकल स्टाफ था, और हम लोगों ने सुबह शुरू ही किया अपना ब्लड डोनेशन कैंप ना। तो जैसे ही हमने शुरू किया तो अभी 1-2 जन ही दे के गए थे ब्लड अपना,
तो थोड़ी देर के बाद किसान एंटर कर गए और मेरे हाथों में मेरी पार्टी का बैनर था और प्लस मेरे मास्क गले में सिरोपा था एंड दे स्नैच द बैनर। मेरे हाथों से स्नैच कर गए वो लोग। तो कहते कि आप लोग ये कार्य नहीं कर सकते हो, तो ये कार्य हम आपको नहीं करने देंगे यहाँ पे। तो हमने कहा कि हम तो एक अच्छा कार्य ही कर रहे हैं। तो फिर क्या हुआ कि ऐसे धीरे धीरे आर्ग्यू बढ़ते गए। तो हम लोगों ने सहनशीलता के साथ कार्य किया कि नहीं, ऐसा नहीं होना चाहिए, क्योंकि एक अच्छे कार्य में ऐसा शोर शराबा क्यों, क्योंकि हम तो कोई पॉलिटिकल ऐसी रैली वगैरह तो कर नहीं रहे हैं। तो फिर धीरे धीरे किसान काफ़ी बढ़ते गए और फिर हम 5 से 6 बहनें थी, वो हॉल के अंदर जाकर उन्होंने हमें कर दिया कि आप यहीं पे बैठोगे, और बाहर से उन्होंने अपना गेट लगा लिया और वो वहाँ पे धरना देना उन्होंने शुरू कर दिया। पुलिस आई? हाँ जी, पुलिस आई थी? हाँ जी, थोड़ी देर के बाद फिर पुलिस आई और काफ़ी ज़्यादा डिस्कशन के बाद उन्होंने फिर हमें, पुलिस ने वहाँ से प्रोटेक्शन देते हुए बाहर गेट तक छोड़ दिया। मेरा नाम जी कुलविंदर कौर है, डिस्ट्रिक्ट ਪ੍ਰੈਜ਼ੀਡੈਂਟ ਮਹਿਲਾ ਮੋਰਚਾ ਗੁਰਦਾਸਪੁਰ। ਤੇ ਅੱਜ ਸਰ ਅਸੀਂ ਜਿਹੜਾ ਸਾਡਾ ਸੇਵਾ ਸਪਤਾਹ ਜਿਹੜਾ ਮਨਾਇਆ ਜਾ ਰਿਹਾ, 7 ਸਾਲ ਜਿਹੜੇ ਅੱਜ ਪੂਰੇ ਹੋਏ ਨੇ ਭਾਜਪਾ ਦੇ ਕਾਰਿਆਕਾਲ ਨੂੰ, ਤੇ ਉਹਦੇ ਅਕੋਰਡਿੰਗ ਅਸੀਂ ਕੱਲ ਵੀ ਮਤਲਬ ਸ਼ਹਿਰ ਦੇ ਵਿੱਚ ਕੈਂਪ ਲਾਇਆ ਸੀ, ਬਲੱਡ ਡੋਨੇਸ਼ਨ ਕੈਂਪ, ਔਰ ਪੂਰੀ ਪਰਮਿਸ਼ਨ ਲੈ ਕੇ ਲਾਇਆ ਸੀ ਔਰ ਪੀਸਫੁਲੀ ਜਿਹੜਾ ਆ ਕੱਲ ਦਾ ਸਾਡਾ ਬਹੁਤ ਵਧੀਆ ਜਿਹੜਾ ਮਤਲਬ ਰਿਹਾ ਆ। ਤੇ ਅੱਜ ਅਸੀਂ ਨਾਥਪੁਰ ਪਿੰਡ ਦੇ ਵਿੱਚ ਜਿਹੜਾ ਆ ਉਹ ਕੈਂਪ ਲਾਇਆ ਸੀਗਾ, ਬਲੱਡ ਡੋਨੇਸ਼ਨ ਕੈਂਪ। ਤੇ ਜਦੋਂ ਡਾਕਟਰਾਂ ਦੀ ਟੀਮ ਆਈ ਉਸ ਤੋਂ ਬਾਅਦ ਜਦੋਂ ਹੀ ਪ੍ਰੋਗਰਾਮ ਸ਼ੁਰੂ ਹੋਇਆ ਕਿ ਇੱਕ ਮੁਲਾਜ਼ਮ ਜਿਹੜੇ ਆ ਉਹ ਬਲੱਡ ਦੇਣ ਵਾਸਤੇ ਰੈਡੀ ਹੋਏ ਤੇ ਦੂਸਰੇ ਜੇ ਨਾਮ ਦੀ ਐਂਟਰੀ ਜਿਹੜੀ ਆ ਉਹ ਹੋ ਰਹੀ ਸੀ, ਤੇ ਉਹ ਕਿਸਾਨ ਜਿਹੜੇ ਆ ਉਹਨਾਂ ਨੇ ਆਣ ਕੇ ਬਾਹਰ ਤੇ ਮਤਲਬ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਤੇ ਉਸ ਤੋਂ ਬਾਅਦ ਫਿਰ ਮਤਲਬ ਸਟੈਪ ਬਾਈ ਸਟੈਪ ਜਿਹੜੇ ਬਹੁਤ ਸਾਰੇ ਕਿਸਾਨ ਆ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕਰਕੇ ਤੇ ਸਾਡਾ ਜਿਹੜਾ ਆ ਅੰਦਰ ਜਿਹੜਾ ਸਾਨੂੰ ਬੰਦ ਕਰ ਦਿੱਤਾ। ਤੇ ਨਾਲ ਹੀ ਜਿਹੜਾ ਹੈਗੇ ਹੀ ਸਟਾਫ, ਮੈਡੀਕਲ ਸਟਾਫ ਸਿਵਲ ਹਸਪੀਟਲ ਬਟਾਲਾ ਤੋਂ ਆਇਆ, ਮੈਡੀਕਲ ਅਫਸਰ ਸੀਗੇ, ਨਾਲ ਪੈਰਾ ਮੈਡੀਕਲ ਦੇ ਮੁਲਾਜ਼ਮ ਸੀਗੇ, ਤੇ ਉਹ ਸਾਰੇ ਜਿਹੜੇ ਉਹ ਅੰਦਰ ਬੰਦ ਰਹੇ ਆ ਘੱਟ ਤੋਂ ਘੱਟ 3-4 ਘੰਟਿਆਂ ਦੀ ਜਦੋਂ ਜਹਿਦ ਤੋਂ ਬਾਅਦ ਜਿਹੜਾ ਆ ਪੁਲਿਸ ਨੇ ਸਾਨੂੰ ਜਿਹੜਾ ਅੰਦਰੋਂ ਕੱਢਿਆ ਹੈ। ਤੇ ਕਿਸਾਨ ਚਾਹੁੰਦੇ ਸੀਗੇ ਕਿ ਕਹਿੰਦੇ ਸਾਡੇ ਜਿਹੜੇ ਆ 6 ਮਹੀਨਿਆਂ ਤੋਂ ਅਸੀਂ ਧਰਨੇ ਲਾਏ ਹੋਏ ਆ ਦਿੱਲੀ ਦੇ ਬਾਰਡਰਾਂ ਦੇ ਉੱਤੇ, ਤੇ ਸਾਡੇ ਜਿਹੜੇ ਕਿਸਾਨ ਭਾਈਚਾਰਾ ਆ ਉਹ ਘੱਟ ਤੋਂ ਘੱਟ 400-500 ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ ਬਾਰਡਰਾਂ ਦੇ ਉੱਤੇ। ਤੇ ਭਾਜਪਾ ਸਰਕਾਰ ਜਿਹੜੀ ਆ ਉਹ ਕਹਿੰਦੇ ਸੀ ਵੀ ਉਹਨਾਂ ਦੇ ਕੰਮ ਤੇ ਜੂੰ ਨਹੀਂ ਸਰਕਦੀ, ਤੇ ਸਾਡਾ ਜਿੰਨਾ ਚਿਰ ਜਿਹੜਾ ਵਾ ਉਹ ਹੱਲ ਨਹੀਂ ਕਰਦੇ, ਇਹ ਜਿਹੜੇ 3 ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਕਰਦੇ, ਉਨੀ ਦੇਰ ਅਸੀਂ ਸ਼ਹਿਰਾਂ 'ਚ ਪਿੰਡਾਂ 'ਚ ਪੰਜਾਬ ਦੇ ਵਿੱਚ ਜਿਹੜਾ ਆ ਉਹ ਭਾਜਪਾ ਦਾ ਕੋਈ ਵੀ ਪ੍ਰੋਗਰਾਮ ਜਿਹੜਾ ਕਹਿੰਦੇ ਅਸੀਂ ਨਹੀਂ ਹੋਣ ਦੇਣਾ। ਇਹ ਸਾਨੂੰ ਕਹਿੰਦੇ ਸੀਗੇ ਕਿ ਬਾਈ ਰਿਟਨ ਦੇ ਵਿੱਚ ਦਿਓ, ਲੇਕਿਨ ਰਿਟਨ ਦੇ ਵਿੱਚ ਕੀ ਮਤਲਬ ਅਸੀਂ ਪਾਰਟੀ ਦੇ ਕਾਰਿਆਕਰਤਾ ਆ, ਅਸੀਂ ਰਿਟਨ ਦੇ ਵਿੱਚ ਇਹ ਗੱਲ ਨਹੀਂ ਦੇ ਸਕਦੇ। ਉਹਨਾਂ ਦੀ ਇੱਕ ਹੀ ਮੰਗ ਸੀਗੀ ਕਿ ਤੁਸੀਂ ਕਾਲੇ ਕਾਨੂੰਨ ਜਿਹੜੇ ਆ ਉਹ ਰੱਦ ਕਰਵਾ ਦਿਓ ਸਾਡੇ, ਤੇ ਅਸੀਂ ਜਿਹੜੇ ਆ ਅਸੀਂ ਬਲੱਡ ਆਪ ਦਿੰਨੇ ਆ। ਦੇਖੋ ਜੀ, ਸਾਡੇ ਅਕੋਰਡਿੰਗ ਤੇ ਜਿਹੜੇ ਕਿਸਾਨ ਭਾਈਚਾਰਾ ਆ ਉਹ ਵੀ ਆਪਣਾ ਹੀ ਭਾਈਚਾਰਾ ਆ, ਬੈਠਾ ਆ, ਪੰਜਾਬ ਦੇ ਲੋਕ ਨੇ, ਤੇ ਥੋੜਾ ਜਿਹਾ ਕਿਸਾਨਾਂ ਨੂੰ ਵੀ ਇਸ ਕਾਨੂੰਨ ਪ੍ਰਤੀ ਵੇਖ ਕੇ ਤੇ ਸਰਕਾਰ ਨੂੰ ਵੀ ਥੋੜਾ ਜਿਹਾ ਨਰਮੀ ਦਾ ਰੁਖ ਅਖਤਿਆਰ ਕਰਕੇ ਦੋਨਾਂ ਧਿਰਾਂ ਨੂੰ ਥੋੜਾ ਜਿਹੜਾ ਆ ਉਹ ਅੱਗੇ ਵਧਣਾ ਚਾਹੀਦਾ ਆ। ਆਪਣੀਆਂ ਜਿਹੜੀਆਂ ਹੈਗੀਆਂ ਵਾ ਕਿਸਾਨਾਂ ਦੀ ਮੰਗ ਆ, ਜਾਇਜ਼ ਮੰਗਾਂ ਜਿਹੜੀਆਂ ਨੇ ਉਹ ਰੱਖ ਕੇ, ਤੇ ਸਰਕਾਰ ਨੂੰ ਵੀ ਥੋੜੀ ਜੀ ਨਰਮੀ ਵਰਤ ਕੇ, ਤੇ ਕਿਸਾਨ ਜਿਹੜੇ ਨੇ ਉਹ ਅਸੀਂ ਚਾਹੁੰਦੇ ਆ ਕਿ ਦਿੱਲੀ ਦੇ ਬਾਰਡਰਾਂ ਤੋਂ ਜਿਹੜਾ ਆ ਉਹ ਵਾਪਸ ਆ ਜਾਣ। ਇਸ ਕਰਕੇ ਇਹ ਹੱਲ ਜਿਹੜਾ ਆ ਇਹ ਟੇਬਲ ਟਾਕ ਰਾਹੀਂ ਹੀ ਹੱਲ ਹੋ ਸਕਦਾ ਆ। ਇਸ ਕਰਕੇ ਦੋਵਾਂ ਧਿਰਾਂ ਨੂੰ ਟੇਬਲ ਟਾਕ ਕਰਕੇ ਇਹਦਾ ਜਲਦੀ ਤੋਂ ਜਲਦੀ ਨਿਪਟਾਰਾ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ, ਪਰ ਕੇਂਦਰ ਦੀ ਮੋਦੀ ਸਰਕਾਰ ਅਜੇ ਵੀ ਆਪਣਾ ਅੜੀਅਲ ਰਵੱਈਆ ਅਪਣਾਉਂਦੀ ਨਜ਼ਰ ਆ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਦੋਂ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਅਗਲੀ ਗੱਲਬਾਤ ਹੁੰਦੀ ਹੈ ਤੇ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਿਕਲਦਾ ਹੈ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।